के मुखड़े तो उड़ गईयां लालियां फुल्लां दियां हासियां भी नजरां ने खालियां बन नीर सारी नैना विचों चोई होवेगी नी तेरी दसदी ऐ अख कल्ली बैठ के रकाने रातीं रोई होवेगी नी तेरी दसदी ऐ अख देखो किवें सारेआं ने सिंह भोरदा गिणती करा के घरों घरी तोड़दा देखो किवें सारेआं ने सिंह भोरदा गिणती करा के घरों घरी तोड़दा हरी के वराड़ा हो जो कहम मित्रो कट्टूगा बणिंग राजा बहम मित्रो कट्टूगा बणिंग राजा बहम मित्रो ਕਿਸੇ ਗੱਲੋਂ ਤਾਂ ਜ਼ਰੂਰ ਦੁਖੀ ਹੋਈ ਹੋਵੇਗੀ ਨੀ ਤੇਰੀ ਦੱਸਦੀ ਐ ਅੱਖ ਕੱਲੀ ਬੈਠ ਕੇ ਰਕਾਨੇ ਰਾਤੀਂ ਰੋਈ ਹੋਵੇਗੀ ਨੀ ਤੇਰੀ ਦੱਸਦੀ ਐ ਅੱਖ ਖੰਭ ਲਾ ਕੇ ਮੁਖੜੇ ਤੋਂ ਉੱਡ ਗਈਆਂ ਲਾਲੀਆਂ ਬੁੱਲਾਂ ਦੀਆਂ ਹਾਸੀਆਂ ਵੀ ਨਜ਼ਰਾਂ ਨੇ ਖਾਲੀਆਂ ਬਣ ਨੀਰ ਸਾਰੀ ਨੈਣਾ ਵਿੱਚੋਂ ਚੋਈ ਹੋਵੇਗੀ ਨੀ ਤੇਰੀ ਦੱਸਦੀ ਐ ਅੱਖ ਕੱਲੀ ਬੈਠ ਕੇ ਰਕਾਨੇ ਰਾਤੀਂ ਰੋਈ ਹੋਵੇਗੀ ਨੀ ਤੇਰੀ ਦੱਸਦੀ ਐ ਅੱਖ ਪੰਜਾਬ ਨੂੰ ਲੋੜ ਬੜੀ ਸੀ ਤੇਰੀ ਬਈਏ ਤੂੰ ਤਾਂ ਕਰਕੇ ਤੁਰ ਗਿਆ ਹਨੇਰਾ ਹੋਏ ਦੁਨੀਆ ਛੱਡ ਕੇ ਤੁਰ ਗਿਆ ਸ਼ੇਰਾ ਤੇਰਾ ਹੋਇਆ ਦਰਦ ਬਥੇਰਾ ਖਲਕਤ ਦਰਦ ਤੇਰੇ ਵਿੱਚ ਰੋਈ ਬਰਾੜ ਹਰੀ ਕੇ ਰਿਹਾ ਨਾ ਕੋਈ ਸਭ ਨੇ ਦਿਲ ਤੋਂ ਦੁੱਖ ਮਨਾਇਆ ਹੋਏ ਹਰ ਇੱਕ ਅੱਖ ਸੀ ਨਮ ਹੋਈ ਭੁੱਲਿਆ ਜਾਣਾ ਨਹੀਂ ਓ ਤੈਨੂੰ ਤੇਰਾ ਯਾਦ ਰਹੂ ਸਦਾ ਚਿਹਰਾ ਓ ਛੱਡ ਕੇ ਦੁਨੀਆ ਤੁਰ ਗਿਆ ਸ਼ੇਰਾ ਤੇਰਾ ਹੋਇਆ ਦਰਦ ਬਥੇਰਾ ਮੰਗਦੇ ਆਂ ਅਸੀਂ ਖੈਰਾਂ ਤੇਰੀਆਂ ਕੰਢੇ ਖੜੇ ਤਬਾਈਆਂ ਦੇ ਸਦਕੇ ਜਾਈਏ ਜੀਣ ਜੋਗੀਏ ਤੇਰੀਆਂ ਬੇਵਫਾਈਆਂ ਦੇ ਸਾਨੂੰ ਹੋਈਆਂ ਖਬਰਾਂ ਨਾ ਕਿਹੜੀ ਗੱਲ ਤੋਂ ਬਦਲ ਵਿਚਾਰ ਗਈ ਸਾਨੂੰ ਰੋੜ ਰਾਹਾਂ ਦੇ ਸਮਝ ਕੇ ਠੋਕਰ ਮਾਰ ਗਈ ਹੋ ਜਦੋਂ ਬਰਾੜ ਜਹਾਨੋਂ ਤੁਰ ਜੂ ਤੇਰੇ ਸਿਰੀ ਇਲਜ਼ਾਮ ਹੋਣਗੇ ਤੇਰੇ ਸ਼ਹਿਰ ਮੁਹੱਲੇ ਦੇ ਵਿੱਚ ਫਿਰ ਇਹ ਚਰਚੇ ਆਮ ਹੋਣਗੇ ਹਰੀ ਕੇ ਕਲਾਂ ਵਾਲੇ ਉੱਤੇ ਕਰਕੇ ਜਿਹੜੇ ਵਾਰ ਗਈ ਸਾਨੂੰ ਰੋੜ ਰਾਹਾਂ ਦੇ ਸਮਝ ਕੇ ਠੋਕਰ ਮਾਰ ਗਈ ਇੱਥੇ ਝੂਠੇ ਵੀ ਜਿੱਤ ਜਾਂਦੇ ਨੇ ਕਹਿੰਦੇ ਪੈਸੇ ਦਿਆਂ ਜੋਰਾਂ ਨਾਲ ਤੇ ਕਿਵੇਂ ਦੇਸ਼ ਤੇ ਰੱਖੀਆਂ ਕਰ ਜਾਊ ਜਦੋਂ ਕੁੱਤੀ ਰਲ ਗਈ ਚੋਰਾਂ ਨਾਲ ਕਿਵੇਂ ਦੇਸ਼ ਤੇ ਰੱਖੀਆਂ ਕਰ ਜਾਊ ਹੋ ਜਦੋਂ ਕੁੱਤੀ ਰਲ ਗਈ ਚੋਰਾਂ ਨਾਲ ਦਸ ਬਰਾੜ ਹਰੀ ਕੇ ਕੀ ਸਮਝੀਏ ਕੀ ਬਣਨਾ ਤੇ ਕੀ ਹੋਣਾ ਏ ਜੇ ਬਚਾਉਣਾ ਆਪਣਾ ਦੇਸ਼ ਯਾਰੋ ਤਾਂ ਪੈਣਾ ਸਭ ਨੂੰ ਅੱਗੇ ਆਉਣਾ ਏ ਜ਼ਖਮਾਂ ਦੀ ਝੱਲਣੀ ਤਾਬ ਪਊ ਤੇ ਖਹਿਣਾ ਪੈਣਾ ਥੋਰਾਂ ਨਾਲ ਕਿਵੇਂ ਦੇਸ਼ ਤਰੱਕੀਆਂ ਕਰ ਜਾਊ ਜਦੋਂ ਕੁੱਤੀ ਰਲ ਜਾਏ ਚੋਰਾਂ ਨਾਲ ਅੱਧੇ ਝੂਠ ਬੋਲਿਆ ਨਹੀਂ ਮੂੰਹ ਤੇ ਕਰੀਆਂ ਗੱਲਾਂ ਸੱਚੀਆਂ ਜੱਟ ਡੋਲਣ ਵਾਲਾ ਨਹੀਂ ਹੌਸਲੇ ਬੜੇ ਦਲੇਰੀਆਂ ਰੱਖੀਆਂ ਜੱਟ ਡੋਲਣ ਵਾਲਾ ਨਹੀਂ ਹੌਸਲੇ ਬੜੇ ਦਲੇਰੀਆਂ ਰੱਖੀਆਂ ਅੱਖਾਂ ਉੱਤੋਂ ਲਾ ਕੇ ਗੱਲ ਕਰੀ ਐਨਕਾਂ ਨੀ ਫਰੇਬ ਵਾਲੀਆਂ ਤੇਰੀ ਹੀ ਉਡੀਕ ਵਿੱਚ ਬੈਠਿਆਂ ਨੇ ਅਸੀਂ ਉਮਰਾਂ ਲੰਘਾ ਲੀਆਂ ਤੇਰੀ ਹੀ ਉਡੀਕ ਵਿੱਚ ਬੈਠਿਆਂ ਨੇ ਅਸੀਂ ਉਮਰਾਂ ਲੰਘਾ ਲੀਆਂ ਕਰਕੇ ਦਦਾਰ ਤੇਰੇ ਚੜ੍ਹਦਾ ਸੀ ਦਿਨ ਤੇ ਸੀ ਸ਼ਾਮਾਂ ਹੁੰਦੀਆਂ ਤੇਰੇ ਵੀ ਚੁਬਾਰੇ ਵਾਲੀ ਬਾਰੀ ਵਿੱਚੋਂ ਨਿੱਤ ਸੀ ਸਲਾਮਾਂ ਹੁੰਦੀਆਂ ਬੀਤਿਆ ਵਕਤ ਫੇਰ ਮੁੜ ਕੇ ਨਹੀਂ ਆਉਂਦਾ ਘੜੀਆਂ ਗਵਾਲੀਆਂ ਅੱਖਾਂ ਉਤੋਂ ਲਾ ਕੇ ਗੱਲ ਕਰੀ ਐਨਕਾਂ ਨੀ ਫਰੇਬ ਵਾਲੀਆਂ
ਤੇਰੇ ਬਾਝੋ ਜੀਣਾ ਕਾਦਾ ਜੀਣਾ ਰਹਿ ਗਿਆ, ਬਸ ਦਿਨ ਕੱਟਦੇ ਹਰੀ ਕੇ ਬਰਾੜਾ ਸਦਾ ਰਹਿਣ ਰਿਸਦੇ, ਉਹ ਜ਼ਖਮ ਫੱਟਦੇ ਠੇਕੇ ਦੀਆਂ ਬੋਤਲਾਂ ਤੋਂ ਮਿਲਣ ਦਵਾਈਆਂ ਭੈੜੇ ਰੋਗਾਂ ਵਾਲੀਆਂ, ਅੱਖਾਂ ਉੱਤੋਂ ਲਾ ਕੇ ਗੱਲ ਕਰੀ ਐਨਕਾਂ ਨੀ ਫਰੇਬ ਵਾਲੀਆਂ, ਤੇਰੀ ਹੀ ਉਡੀਕ ਵਿੱਚ ਬੈਠਿਆਂ ਨੇ ਅਸੀਂ ਉਮਰਾਂ ਲੰਘਾ ਲੀਆਂ। ਸਵਾਗਤ ਹੈ ਜੀ ਸਾਂਝ ਪੰਜਾਬ ਦੀ ਟੀਵੀ ਤੁਹਾਡਾ। ਮੈਂ ਹਾਂ ਲਖਵਿੰਦਰ ਬਰਾੜ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ 'ਚ। ਤੁਹਾਨੂੰ ਇੱਕ ਅਜਿਹੀ ਮਹਾਨ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਗੀਤ ਲਿਖੇ, ਸ਼ੇਰ ਲਿਖੇ। ਗੱਲ ਟੁੱਟੇ ਹੋਏ ਤਾਰਿਆਂ ਦੀ ਕਰਿਆ ਨਾ ਕਰ, ਐਵੇਂ ਦੋਸ਼ ਤਕਦੀਰਾਂ ਸਿਰ ਮੜਿਆ ਨਾ ਕਰ, ਹਿੱਕ ਤਾਣ ਕੇ ਤੂਫਾਨਾਂ ਮੂਹਰੇ ਖੜ ਜਾਈਦਾ, ਐਵੇਂ ਹਵਾ ਦਿਆਂ ਬੁੱਲਿਆਂ ਤੋਂ ਡਰਿਆ ਨਾ ਕਰ। ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸੁਖਚੈਨ ਬਰਾੜ ਲਖਾਰੀ। ਸਵਾਗਤ ਆ ਸੁਖਚੈਨ ਜੀ ਸਾਂਝ ਪੰਜਾਬ ਦੀ ਟੀਵੀ 'ਚ। ਧੰਨਵਾਦ ਜੀ ਲਖਵਿੰਦਰ ਬਰਾੜ ਜੀ, ਤੁਹਾਡਾ ਤੇ ਤੁਹਾਡੀ ਸਾਂਝ ਪੰਜਾਬ ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਅੱਜ ਮੈਨੂੰ ਰੱਬ ਵਰਗੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਬਹੁਤ ਧੰਨਵਾਦ ਤੁਹਾਡਾ। ਬਰਾੜ ਸਾਹਿਬ, ਤੁਸੀਂ ਬਹੁਤ ਸਾਰੇ ਸੌਂਗ ਲਿਖੇ ਨੇ, ਕਰੀਬ 250 ਤੋਂ 300 ਦੇ ਕਰੀਬ ਤੁਸੀਂ ਪੰਜਾਬੀ ਸੌਂਗ, ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ। ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਰਹੋ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ। ਪ੍ਰਮਾਤਮਾ ਤੁਹਾਨੂੰ ਇਸ ਮਿਸ਼ਨ 'ਚ ਸਫਲ ਕਰੇ। ਤੇ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਉਸ ਹੁਣ ਜ਼ਰੂਰ ਸੁਣਾਓ ਜੋ ਤੁਸੀਂ ਲਿਖਿਆ। ਹਾਂਜੀ, ਮੈਂ ਇੱਕ ਆਪਣੇ ਧਾਰਮਿਕ ਗੀਤ ਦੀਆਂ ਕੁਝ ਲਾਈਨਾਂ ਨਾਲ ਤੁਹਾਡੇ ਸਾਂਝ ਪਾ ਰਿਹਾ। ਪਿੰਡ ਸਰਾਏ ਨਾਗਾ ਵਿੱਚ ਟਿਕਾਣਾ ਹੈ ਵੀਰੋ, ਆਪਣੇ ਇਸ ਪੰਜਾਬ 'ਚ ਵੀ ਨਨਕਾਣਾ ਹੈ ਵੀਰੋ। ਹਰੀਕਿਆਂ ਦੀ ਧਰਤੀ ਨੂੰ ਆ ਭਾਗ ਲਗਾਏ ਸੀ, ਗੁਰੂ ਅੰਗਦ ਦੇਵ ਜੀ ਨੇ ਚਰਨ ਇੱਥੇ ਵੀ ਪਾਏ ਸੀ, ਜਿੱਥੋਂ ਦਾ ਇਹ ਲਿਖਦਾ ਦਾਸ ਨਿਮਾਣਾ ਹੈ ਵੀਰੋ, ਆਪਣੇ ਇਸ ਪੰਜਾਬ 'ਚ ਵੀ ਨਨਕਾਣਾ ਹੈ ਵੀਰੋ। ਬਹੁਤ ਵਧੀਆ ਲਾਈਨਾਂ ਲਿਖੀਆਂ ਬਰਾੜ ਸਾਹਿਬ ਤੁਸੀਂ, ਬਹੁਤ ਵਧੀਆ ਸੀ। ਬਰਾੜ ਸਾਹਿਬ, ਇਹ ਫਿਰ ਲਿਖਣ ਦਾ ਸਬੱਬ ਕਿੱਥੋਂ ਬਣਿਆ ਤੁਹਾਨੂੰ? ਇਹ ਕਿੱਥੋਂ ਚੇਟਕ ਲੱਗੀ? ਕੀ ਕਾਰਨ ਸੀ ਲਿਖਣ ਦਾ? ਲਿਖਣ ਦੀ ਸ਼ੁਰੂਆਤ ਜੀ ਮੈਨੂੰ ਕੋਈ 6ਵੀਂ 7ਵੀਂ ਕਲਾਸ 'ਚ ਪੜ੍ਹਦਾ ਸੀ ਮੈਂ, ਉਸ ਤੋਂ ਟਾਈਮ ਤੋਂ ਹੀ ਹੈ। ਮੇਰੇ ਨਾਨਾ ਜੀ ਸਰਦਾਰ ਇਕਬਾਲ ਸਿੰਘ ਸਰਾਂ, ਪਿੰਡ ਕੱਬਰ ਵੱਛਾ ਤੋਂ, ਮੈਂ ਛੋਟਾ ਹੁੰਦਾ ਨਾਨਕੇ ਰਿਹਾ, ਅਤੇ ਉਹ ਸਾਨੂੰ ਧਾਰਮਿਕ ਗੀਤ, ਕਹਾਣੀਆਂ, ਬਾਤਾਂ ਸੁਣਾਇਆ ਕਰਦੇ ਸੀ, ਅਤੇ ਲੱਗਦਾ ਮੈਨੂੰ ਸ਼ਾਇਦ ਉੱਥੋਂ ਸ਼ੁਰੂਆਤ ਹੋਈ ਹੈ। ਨਹੀਂ ਬਾਈ ਜੀ, ਮੈਂ ਹਮੇਸ਼ਾ ਹੀ ਪੰਜਾਬੀ ਮਾਂ ਦੀ ਬੋਲੀ ਦੀ ਝੋਲੀ 'ਚ ਸਾਫ ਸੁਥਰੇ ਅਤੇ ਪਰਿਵਾਰਕ ਗੀਤ ਹੀ ਲਿਖ ਕੇ ਪਾਏ ਹੈ। ਮੈਂ ਕਦੇ ਵੀ ਮਾੜਾ ਨਹੀਂ ਲਿਖਿਆ, ਇਸ ਕਰਕੇ ਘਰ ਦਾ ਮੈਨੂੰ ਪੂਰਾ ਸਹਿਯੋਗ ਆ ਸਾਰੇ ਪਰਿਵਾਰ ਦਾ। ਕਦੇ ਕਿਸੇ ਰਿਸ਼ਤੇਦਾਰ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਬਰਾੜ ਸਾਹਿਬ ਇਹ ਕੀ ਕਰੀ ਜਾਂਦੇ ਹੋ ਸੁਖਚੈਨ ਜੀ, ਤੁਸੀਂ ਕੋਈ ਹੋਰ ਬਥੇਰੇ ਕੰਮ ਆ, ਜੱਟਾਂ ਦਾ ਮੁੰਡਾ ਹੋ ਕੇ ਤੂੰ ਇਹ ਕਿਹੜੀ ਲਾਈਨ ਫੜ ਲਈ ਆ? ਨਹੀਂ, ਰਿਸ਼ਤੇਦਾਰ ਵੀ, ਭੈਣ ਭਰਾ ਸਾਰੇ ਜਿਹੜੇ ਮੇਰੇ ਆ ਮੈਨੂੰ ਪਿਆਰ ਕਰਦੇ ਆ, ਅਤੇ ਉਹਨਾਂ ਨੇ ਮੈਨੂੰ ਨਹੀਂ ਕਿਹਾ ਕਦੇ ਵੀ ਮਾੜਾ ਕੰਮ ਹੈ, ਵਧੀਆ ਸਾਰੇ ਮੈਨੂੰ ਸਲਾਹੁੰਦੇ ਆ। ਬਰਾੜ ਸਾਹਿਬ, ਹੋਰ ਤੁਸੀਂ ਅੱਜ ਤੀਕ ਘੱਟ ਤੋਂ ਘੱਟ ਤੁਸੀਂ ਕਿੰਨੇ ਕੁ ਸੌਂਗ ਜਿਹੜੇ ਆ ਲਿਖ ਚੁੱਕੇ ਹੋ? ਕੋਈ 250-300 ਗੀਤ ਲਿਖ ਚੁੱਕਿਆ ਜੀ। 250-300 ਗੀਤ ਦੇ ਵਿੱਚੋਂ ਤੁਸੀਂ ਜਿਹੜਾ ਸਭ ਤੋਂ ਵੱਧ ਤੁਹਾਡੇ ਮਨ ਨੂੰ ਭਾਉਂਦਾ, ਵੀ ਸਭ ਤੋਂ ਵੱਧ ਚੰਗਾ ਲੱਗਦਾ, ਵੈਸੇ ਤਾਂ ਸਾਰੇ ਹੀ ਚੰਗੇ ਲੱਗਦੇ ਆ, ਕਦੇ ਵੀ ਲੇਖਕ ਕੋਈ ਮਾੜੀ ਆਪਣੀ ਕਲਮ ਦੇ ਵਿੱਚੋਂ ਸ਼ਬਦ ਨਹੀਂ ਲਿਖਦਾ ਹੁੰਦਾ, ਹਮੇਸ਼ਾ ਚੰਗੇ ਹੀ ਲਿਖਦਾ, ਪਰ ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਹਾਂਜੀ, ਉਹ ਮੇਰਾ ਇੱਕ ਗੀਤ ਬਾਈ ਗਿੱਲ ਹਰਦੀਪ ਨੇ ਗਾਇਆ ਸੀਗਾ ਟੂਰਨਾਮੈਂਟ ਕੰਮੇ ਆਣੇ ਬਾਬੇ ਦੇ। ਉਹਦੇ ਬੋਲ ਸੀ, ਬੀਹੀ ਵਿੱਚੋਂ ਲੰਘਦੀ ਸੀ, ਨੀਵੀਂ ਪਾਉਂਦੀ ਸੰਗਦੀ ਸੀ, ਕਲੀਏ ਜਾਂਦੀ ਸੀ ਕੁਮਲਾ, ਤੇਰੇ ਬਾਝੋਂ ਸੁੰਨੇ ਸੁੰਨੇ ਲੱਗਦੇ ਨੇ ਜਿੰਦੇ ਪਰ ਮਹਿਕਦੇ ਨੇ ਅੱਜ ਵੀ ਉਰਾ, ਲਾਲ ਸੂਹੇ ਬੋਲੇ ਅਤੇ ਭੋਲਾ ਜਿਹਾ ਮੁੱਖ ਤੇਰਾ, ਅੱਖਾਂ ਮੂਹਰੇ ਰਹਿੰਦਾ ਅੱਜ ਵੀ, ਭੁੱਲ ਗਈਆਂ ਜਾਂ ਫਿਰ ਤੈਨੂੰ ਯਾਦ ਹੈ ਜਿੰਦੇ ਮੇਰੀ, ਇਹ ਨਹੀਂ ਕਦੇ ਤਾਂ ਤੂੰ ਮੇਰੀ ਹੁੰਦੀ ਸੀ, ਹੁਣ ਨਾ ਤੂੰ ਵਾਰ ਕਰੀ, ਹੋਣੀ ਨਾ ਸਹਾਰ ਕਰੀ, ਗੱਲ ਮੁੜ ਪਿੰਡ ਸਾਡੇ ਆਉਣ ਦੀ, ਜੀਣ ਜੋਗੀਏ ਨਹੀਂ ਲੱਭੀ ਜੀਣ ਦਾ ਸਹਾਰਾ ਦਾਰੂ, ਛੱਡਤੀ ਸੀ ਆਸ ਤੈਨੂੰ ਪਾਉਣ ਦੀ, ਲੱਭਿਆ ਸੀ ਢੰਗ ਤੈਨੂੰ ਭੁੱਲਣੇ ਦਾ ਨਵਾਂ, ਰਵੇਂ ਅੱਖਾਂ ਸਾਹਵੇਂ ਬੋਤਲ 'ਚ ਵੀ, ਭੁੱਲ ਗਈਆਂ ਜਾਂ ਫਿਰ ਤੈਨੂੰ ਯਾਦ ਹੈ ਜਿੰਦੇ ਮੇਰੀ, ਇਹ ਨਹੀਂ ਕਦੇ ਤਾਂ ਤੂੰ ਮੇਰੀ ਹੁੰਦੀ ਸੀ। ਬਰਾੜ ਸਾਹਿਬ, ਬਹੁਤ ਵਧੀਆ ਗੀਤ ਸੀ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਇਆ, ਬਹੁਤ ਵਧੀਆ ਲਾਈਨਾਂ ਲਿਖੀਆਂ। ਬਰਾੜ ਸਾਹਿਬ, ਕੁਛ ਕਦੇ ਰਾਜਨੀਤੀ ਬਾਰੇ ਵੀ ਲਿਖਿਆ, ਰਾਜਨੀਤਿਕ ਲੋਕਾਂ 'ਤੇ? ਹਾਂਜੀ, ਰਾਜਨੀਤਿਕ ਲੋਕਾਂ 'ਤੇ ਲਿਖਿਆ ਗੀਤ। ਉਹ ਲਿਖਿਆ ਸੀਗਾ, ਵੋਟਾਂ ਮੰਗਣ ਆਉਂਦੇ ਚੋਰ, ਤੇ ਆ ਕੇ ਖੜ ਜਾਂਦੇ ਹੱਥ ਜੋੜ ਕੇ, ਕਹਿੰਦੇ ਕਰਨਾ ਹੀ ਹੈ ਆਪਣਾ ਦੇਸ਼ ਹੋਰ ਕਮਜ਼ੋਰ। ਬਿਲਕੁਲ ਸਹੀ ਹੈ ਬਰਾੜ ਸਾਹਿਬ,
ਜਿਵੇਂ ਤੁਸੀਂ ਦੱਸਿਆ ਸੁਖਚੈਨ ਵੀਰੇ, ਤੁਸੀਂ 6ਵੀਂ 7ਵੀਂ ਕਲਾਸ ਤੋਂ ਲਿਖਣ ਲੱਗ ਗਏ ਸੀ। ਕੀ ਐਡੀ ਨੌਬਤ ਆ ਗਈ ਸੀ ਲਿਖਣ ਦੀ? ਕੀ ਕਾਰਨ ਸੀ ਲਿਖਣ ਦਾ? ਬਸ ਵੈਸੇ ਹੀ ਕੁਦਰਤੀ ਦੇਣ ਹੈ। ਆਪ ਤਾਂ ਕੁਝ ਨਹੀਂ ਹੁੰਦਾ, ਇਹ ਪ੍ਰਮਾਤਮਾ ਵੱਲੋਂ ਹੀ ਗੋਡ ਗਿਫਟ ਹੈ। ਕਦੇ ਯਾਰਾਂ ਦੋਸਤਾਂ ਨੇ ਫੁੱਲ ਸਪੋਰਟ ਕੀਤੀ ਆ ਤੁਹਾਡੀ ਵੀ ਬਹੁਤ ਵਧੀਆ ਸੁਖਚੈਨ ਜੋ ਕੰਮ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਤੁਹਾਡੀ ਕਲਮ ਆ? ਕਦੇ ਸਪੋਰਟ ਕੀਤੀ ਆ? ਹਾਂ, ਯਾਰ ਦੋਸਤ ਬਹੁਤ ਸਪੋਰਟ ਕਰਦੇ ਮੈਨੂੰ ਇਸ ਕੰਮ 'ਚ। ਹੌਸਲਾ ਬਹੁਤ ਅਫਜ਼ਾਈ ਕਰਦੇ ਆ ਜਦੋਂ ਕਿਤੇ ਬਹਿੰਦੇ ਆ, ਰਲ ਮਿਲ ਗੱਲਾਂ ਹੁੰਦੀਆਂ। ਹੋਰ ਤੁਸੀਂ ਮਤਲਬ ਇਸ ਤੋਂ ਇਲਾਵਾ ਕੋਈ ਧਾਰਮਿਕ ਗੀਤ ਵੀ ਲਿਖੇ ਆ? ਹਾਂਜੀ, ਧਾਰਮਿਕ ਗੀਤ ਵੀ ਲਿਖਿਆ ਹੈ ਅਤੇ ਇੱਕ ਮੈਂ ਹਜੇ ਕੱਲ੍ਹ ਪਰਸੋਂ ਹੀ ਆਪਣੇ ਗੀਤ ਲਿਖਿਆ, ਇੱਕ ਆਪਣੀ ਕੌਮ ਦਾ ਮਹਾਨ ਹੀਰਾ ਬਾਈ ਦੀਪ ਸਿੱਧੂ, ਉਹਨੂੰ ਯਾਦ ਕਰਕੇ ਭਾਵੁਕ ਹੋ ਜਾਈਦਾ। ਉਹਨਾਂ 'ਤੇ ਲਿਖਿਆ ਕੁਝ ਬੋਲੋ, ਤੁਹਾਡੇ ਨਾਲ ਸਾਂਝੇ ਕਰਦਾ। ਦੀਪ ਸਿੱਧੂ ਬਾਰੇ ਜੋ ਤੁਸੀਂ ਗੀਤ ਲਿਖਿਆ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਗੁਣਗੁਣਾ ਕੇ ਸੁਣਾਓ ਆਪਣੀ ਆਵਾਜ਼ ਦੇ ਵਿੱਚ। ਸਾਡੇ ਦਰਸ਼ਕ ਵੀ ਜ਼ਰੂਰ ਸੁਣਨਾ ਚਾਹਣਗੇ ਤੁਹਾਡੀ ਆਵਾਜ਼ 'ਚ ਇਹ ਗੀਤ। ਹਾਂਜੀ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਬਾਈ ਪੰਜਾਬ ਨੂੰ ਲੋੜ ਬੜੀ ਸੀ ਤੇਰੀ, ਛੱਡ ਕੇ ਦੁਨੀਆ ਬਾਈ ਪੰਜਾਬ ਨੂੰ ਲੋੜ ਬੜੀ ਸੀ ਤੇਰੀ, ਕਰਕੇ ਤੁਰ ਗਿਆ ਹਨੇਰਾ, ਛੱਡ ਕੇ ਤੁਰ ਗਿਆ ਸ਼ੇਰਾ, ਤੇਰਾ ਹੋਇਆ ਦਰਦ ਬਥੇਰਾ, ਤੈਨੂੰ ਖੋਲਿਆ ਸਾਥੋਂ ਵੀਰਾ, ਤੂੰ ਸੀ ਬੰਦਾ ਸੱਚੀ ਯਾਰਾ ਹੀਰਾ, ਹੋਣੀ ਲੈ ਗਈ ਚੰਦਰੀ ਖੋ ਕੇ, ਤੈਨੂੰ ਸਾਥੋਂ ਪਿਆਰਿਆ ਵੀਰਾ, ਹਾਏ ਤੈਨੂੰ ਦਰਦ ਪੰਜਾਬ ਦਾ ਖਾਂਦਾ ਸੀ ਓਏ ਪੰਜਾਬੀ ਸ਼ੇਰਾ, ਛੱਡ ਕੇ ਦੁਨੀਆ ਤੁਰ ਗਿਆ ਸ਼ੇਰਾ, ਤੇਰਾ ਹੋਇਆ ਦਰਦ ਬਥੇਰਾ, ਪੰਜਾਬ ਦੇ ਹੱਕਾਂ ਖਾਤਰ ਲੜਦਾ ਤੁਰ ਗਿਆ, ਤੇਰੇ ਪਰਿਵਾਰ ਦਾ ਬਾਈ ਲੱਗਦਾ ਸਭ ਕੁਝ ਰੁੜ ਗਿਆ, ਤੀਰ ਵਾਲੇ ਬਾਬੇ ਦੀਆਂ ਤੂੰ ਗੱਲਾਂ ਕਰਦਾ ਸੀ ਉਹ ਸ਼ੇਰਾ, ਛੱਡ ਕੇ ਦੁਨੀਆ ਤੁਰ ਗਿਆ ਸ਼ੇਰਾ, ਤੇਰਾ ਹੋਇਆ ਦਰਦ ਬਥੇਰਾ। ਬਹੁਤ ਸੋਹਣਾ ਗੀਤ ਲਿਖਿਆ ਬਰਾੜ ਸਾਹਿਬ ਤੁਸੀਂ। ਹੋਰ ਫਿਰ ਅੱਜ ਕੱਲ੍ਹ ਬਰਾੜ ਸਾਹਿਬ ਜ਼ਿੰਦਗੀ ਕਿਵੇਂ ਚੱਲ ਰਹੀ ਆ? ਜ਼ਿੰਦਗੀ ਠੀਕ ਹੈ ਜੀ, ਵਧੀਆ ਗੁਜ਼ਾਰਾ ਹੋਈ ਜਾਂਦਾ ਹੈ। ਜ਼ਮੀਨ ਆ ਆਪਣੇ ਕੋਲ 4-5 ਕਿੱਲੇ ਤੇ ਵਧੀਆ ਠੀਕ ਹੈ, ਟਾਈਮ ਪਾਸ ਹੋ ਜਾਂਦਾ। ਹੋਰ ਫਿਰ ਅੱਜ ਕੱਲ੍ਹ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਲਿਖਣ ਬਾਰੇ ਸੋਚ ਰਹੇ ਹੋ? ਕੋਈ ਨਿਊ ਪ੍ਰੋਜੈਕਟ ਬਾਰੇ ਕੀ ਲਿਖ ਰਹੇ ਹੋ? ਇਸ ਤੋਂ ਇਲਾਵਾ ਕੋਈ ਨਵੀਂ ਸੋਚ ਹੁੰਦੀ ਆਪਣੀ? ਨਵਾਂ ਮੈਂ ਤਕਰੀਬਨ ਹਰ ਵਿਸ਼ੇ 'ਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਹਵਾ 'ਤੇ, ਪਾਣੀ 'ਤੇ, ਧਰਤੀ 'ਤੇ, ਸਾਰੇ ਵਿਸ਼ਿਆਂ 'ਤੇ ਲਿਖੇ ਹੋਏ ਗੀਤ। ਕੋਈ ਹੋਰ ਤੁਹਾਨੂੰ ਗੀਤ ਜਿਹੜਾ ਵਧੀਆ ਲੱਗਦਾ ਹੋਵੇ ਉਹ ਸਾਡੇ ਦਰਸ਼ਕਾਂ ਨੂੰ 2 ਲਾਈਨਾਂ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰੋ। ਹਾਂਜੀ, ਉਹ ਮੈਂ ਇੱਕ ਗੀਤ ਲਿਖਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਉਹ ਹੈ ਜੀ, ਕੌਮ ਨੂੰ ਨਵਾਜਿਆ ਕਿ ਪੰਥ ਦੀ ਰਹੂ ਸਦਾ ਚੜ੍ਹਦੀ ਕਲਾ, ਗੁਰੂ ਮੇਰੇ ਜੀ ਦਾ ਕਹਿੰਦੇ ਖਾਲਸਾ ਮੰਗੇ ਸਰਬੱਤ ਦਾ ਭਲਾ, ਬੁਰੇ ਦੀ ਬੁਰਾਈ ਦਾ ਆਇਆ ਸਦਾ ਕਰਦਾ ਅੰਤ ਖਾਲਸਾ, 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਪੰਥ ਖਾਲਸਾ। ਬਹੁਤ ਵਧੀਆ ਬਰਾੜ ਸਾਹਿਬ, ਜੋ ਤੁਹਾਡੀ ਕਲਮ ਦੇ ਵਿੱਚ ਲਿਖ ਰਹੇ ਹੋ ਤੁਸੀਂ ਬਹੁਤ ਵਧੀਆ ਸੌਂਗ ਲਿਖਦੇ ਹੋ। ਪਰਮਾਤਮਾ ਅੱਗੇ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਇਸ ਤੋਂ ਇਲਾਵਾ ਕੋਈ ਹੋਰ ਸੌਂਗ ਹੈ ਤਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ 2 ਲਾਈਨਾਂ ਸੁਣਾਓ। ਇੱਕ ਸੀ ਜੀ, ਕਹਿੰਦਾ ਆਪੇ ਸਾਡਾ ਸੈਂ ਤੇ ਆਪੇ ਹੀ ਤੂੰ ਹੋਰ ਹੋਈ ਜਾਣਾ ਹੈ, ਆਪੇ ਸਾਧ ਸੀ ਤੇ ਆਪੇ ਹੀ ਤੂੰ ਚੋਰ ਹੋਈ ਜਾਣਾ ਹੈ, ਸਾਡੇ ਨਾਲ ਇਹ ਕਮਾਇਆ ਕੋਈ ਕਹਿਰ ਤੇ ਨਹੀਂ ਤੂੰ, ਗੈਰਾਂ ਸੰਗ ਰਲਿਆ ਹੈ ਪਰ ਗੈਰ ਤੇ ਨਹੀਂ ਤੂੰ। ਉਹ ਇਹਨਾਂ ਨੂੰ ਵੀ ਉੱਪਰ ਤੱਕ ਲੈ ਕੇ ਜਾਣਾ ਸਾਡਾ ਫਰਜ਼ ਬਣਦਾ। ਬਹੁਤ ਸਾਰੇ ਇੱਥੇ ਬਰਾੜ ਸਾਹਿਬ ਮੈਨੂੰ ਇੱਕ ਦੇਬੀ ਮਖਸੂਸਪੁਰੀ ਦਾ, ਜਿਵੇਂ ਕਿ ਤੁਸੀਂ ਕਿਹਾ ਕਿ ਅੱਜ ਤੱਕ ਕਿਸੇ ਵੀ ਮਤਲਬ ਸਿੰਗਰ ਨੇ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਬਹੁਤ ਵਧੀਆ ਤੋਂ ਵਧੀਆ ਗੀਤ ਤੁਹਾਡੇ ਲਿਖੇ ਨੇ ਤੁਸੀਂ। ਇੱਥੇ ਇੱਕ ਮੈਨੂੰ ਦੇਬੀ ਮਖਸੂਸਪੁਰੀ ਜੀ ਦੀਆਂ ਲਾਈਨਾਂ ਯਾਦ ਆ ਗਈਆਂ। ਸ਼ੇਰ ਲਿਖਿਆ ਬਾਈ ਨੇ, ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ, ਜਾਗੇ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ। ਸ਼ਾਇਦ ਤੁਸੀਂ ਨਹੀਂ, ਹੋਰ ਮੇਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਲਿਖਾਰੀ ਜਿਨ੍ਹਾਂ ਦੀ ਕਲਮ ਦੇ ਵਿੱਚੋਂ ਅਜਿਹੇ ਸ਼ਬਦ ਨਿਕਲਦੇ ਨੇ ਅੱਜ ਤੀਕ ਉਹਨਾਂ ਤੱਕ ਕਿਸੇ ਸਿੰਗਰ ਨੇ ਅਪਰੋਚ ਤੱਕ ਨਹੀਂ ਕੀਤੀ, ਪਰ ਕਰਨੀ ਚਾਹੀਦੀ ਆ। ਹਰ ਇਨਸਾਨ ਦੇ ਅੰਦਰ ਕੁਛ ਨਾ ਕੁਛ ਜ਼ਰੂਰ ਛੁਪਿਆ ਹੁੰਦਾ, ਉਸ ਨੂੰ ਤਰਾਸ਼ਣਾ ਸਾਡਾ ਫਰਜ਼ ਬਣਦਾ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਮੈਂ ਉਮੀਦ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਸ਼ਾਇਦ ਮੇਰੇ ਨਾਲ ਕੋਈ ਕਲਾਕਾਰ ਰਾਬਤਾ ਕਾਇਮ ਕਰੇ ਅਤੇ ਮੇਰਾ ਵੀ ਕੋਈ ਬਾਂਹ ਫੜੇ ਅਤੇ ਮੈਨੂੰ ਦੁਨੀਆ ਤੱਕ ਪਹੁੰਚਾਵੇ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਅਸੀਂ ਤੁਹਾਡਾ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ। ਜਿਸ ਵੀ ਸਿੰਗਰ ਨੇ ਇਸ ਲਿਖਾਰੀ ਸੁਖਚੈਨ ਬਰਾੜ ਹਰੀਕੇ ਕਲਾਂ ਦੇ ਨਾਲ ਸੰਪਰਕ ਕਰਨਾ ਹੋਵੇ
ਤਾਂ ਜ਼ਰੂਰ ਇੱਕ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰੇ। ਬਰਾੜ ਸਾਹਿਬ ਬਹੁਤ ਸਾਰੇ ਤੁਸੀਂ ਗੀਤ ਲਿਖੇ ਨੇ, ਕਦੇ ਤੁਸੀਂ ਕੋਈ ਧਾਰਮਿਕੀ ਵੀ ਲਿਖੇ ਨੇ, ਰਾਜਨੀਤਿਕ ਲੋਕਾਂ ਤੇ ਵੀ ਲਿਖੇ ਨੇ, ਕਦੇ ਕੋਈ ਤੁਸੀਂ ਨਸ਼ੇ ਦੇ ਮੁੱਦੇ ਤੇ ਕੋਈ ਸੌਂਗ ਲਿਖਿਆ? ਹਾਂਜੀ, ਮੈਂ ਲਿਖਿਆ ਸੀਗਾ ਚਿੱਟਾ ਜਿਹੜਾ ਵਿਕਦਾ ਹੈ ਜ਼ਹਿਰ ਮਿੱਤਰੋ, ਕਈ ਘਰਾਂ ਉੱਤੇ ਢਾਤਾ ਇਹਨੇ ਕਹਿਰ ਮਿੱਤਰੋ, ਬਚ ਜੋ ਯਾਰੋ ਇਹ ਤੋਂ ਬਚ ਸਕਦਾ, ਜਿੱਥੇ ਜਾਵੇ ਇਹ ਉਹ ਨਹੀਂ ਘਰ ਵਸਦਾ, ਪਿੰਡ ਹੋਵੇ ਜਾਂ ਉਹ ਹੋਵੇ ਸ਼ਹਿਰ ਮਿੱਤਰੋ, ਆ ਚਿੱਟਾ ਜਿਹੜਾ ਵਿਕਦਾ ਹੈ ਜ਼ਹਿਰ ਮਿੱਤਰੋ। ਬਹੁਤ ਵਧੀਆ ਗੀਤ ਸੀ ਤੁਸੀਂ ਜਿਹੜਾ ਚਿੱਟੇ ਤੇ ਲਿਖਿਆ। ਅੱਜ ਦੇ ਜਿਹੜੇ ਜੋ ਨੌਜਵਾਨ ਆ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ, ਤੁਸੀਂ ਬਹੁਤ ਵਧੀਆ ਲਿਖਿਆ। ਅੱਜ ਦੇ ਕਲਾਕਾਰਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ? ਜਿਸ ਤਰ੍ਹਾਂ ਤੁਸੀਂ ਲਿਖਦੇ ਹੋ, ਬਹੁਤ ਸੋਹਣਾ ਲਿਖਦੇ ਹੋ, ਕੀ ਅਪੀਲ ਕਰੋਗੇ ਅੱਜ ਦੇ ਕਲਾਕਾਰਾਂ ਨੂੰ ਸਾਡੇ ਮਾਧਿਅਮ ਰਾਹੀਂ? ਹਾਂਜੀ, ਮੈਂ ਇੱਕ ਕਲਾਕਾਰਾਂ 'ਤੇ ਵੀ ਲਿਖਿਆ ਸੀਗਾ, ਇਹ ਕੀ ਕਰਦੇ ਆ, ਇਹ ਨਸ਼ਿਆਂ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਕੇ ਸਾਡੀ ਨੌਜਵਾਨੀ ਨੂੰ ਗਲਤ ਰਾਹ ਪਾ ਰਿਹਾ ਹੈ। ਉਸ 'ਤੇ ਮੈਂ 4 ਲਾਈਨਾਂ ਲਿਖੀਆਂ, ਬੋਲਦਾ ਤੁਹਾਡੇ ਨਾਲ ਸਾਂਝੀਆਂ ਕਰਦਾ। ਭੋਲੇ ਭਾਲੇ ਜੱਟ ਇਹਨਾਂ ਨੇ ਵੈਲੀ ਜਿਹੇ ਬਣਾ ਦਿੱਤੇ, ਦਾਤਰੀਆਂ ਕਈਆਂ ਵਾਲੇ ਹੱਥੀਂ ਮਾਰੂ ਹਥਿਆਰ ਫੜਾ ਦਿੱਤੇ, ਇਹਨਾਂ ਦੇ ਭੜਕਾਏ ਹੋਇਆਂ ਤੋਂ ਹੋਏ ਕਤਲ ਹਜ਼ਾਰਾਂ ਨੇ, ਰਹਿੰਦੀ ਬਾਕੀ ਕਸਰ ਜੋ ਕੱਢਤੀ ਲੰਡੂ ਜੇ ਕਲਾਕਾਰਾਂ ਨੇ, ਦੇਸ਼ ਮੇਰੇ ਦੇ ਗੱਭਰੂ ਪੱਟ ਤੇ ਕਈ ਨਸ਼ਿਆਂ ਦੀਆਂ ਮਾਰਾਂ ਨੇ, ਰਹਿੰਦੀ ਬਾਕੀ ਕਸਰ ਜੋ ਕੱਢਤੀ ਲੰਡੂ ਜੇ ਕਲਾਕਾਰਾਂ ਨੇ। ਬਹੁਤ ਵਧੀਆ ਬਰਾੜ ਸਾਹਿਬ, ਤੁਸੀਂ ਕਲਾਕਾਰਾਂ ਨੂੰ ਇੱਕ ਲਿਖਾਰੀ ਹੋਣ ਦੇ ਨਾਂ 'ਤੇ ਕੀ ਅਪੀਲ ਕਰੋਗੇ? ਜਿਵੇਂ ਤੁਸੀਂ ਵਧੀਆ ਸੌਂਗ ਲਿਖਦੇ ਹੋ, ਜੇਕਰ ਕੋਈ ਕਲਾਕਾਰ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹਵੇ ਤਾਂ ਤੁਸੀਂ ਕੀ ਅਪੀਲ ਕਰੋਗੇ ਉਹਨਾਂ ਨੂੰ? ਮੈਂ ਇਹੀ ਉਮੀਦ ਕਰਦਾ ਕਿ ਮੈਂ ਆਪਣੇ ਆਪ ਤੋਂ ਨਿਮਾਣਾ ਸਮਝਦਾ ਹਾਂ ਜੋ ਲਿਖਦਾ ਹੈ ਪੰਜਾਬੀ ਮਾਂ ਬੋਲੀ ਲਈ, ਅਤੇ ਮੈਂ ਉਮੀਦ ਕਰਦਾ ਕੋਈ ਕਲਾਕਾਰ ਮੈਨੂੰ ਪ੍ਰਮੋਟ ਕਰੇ ਅਤੇ ਮੈਂ ਵੀ ਲੋਕਾਂ 'ਚ ਆਵਾਂ ਅਤੇ ਹੋਰ ਇਸ ਤੋਂ ਵੀ ਚੰਗਾ ਮਾਂ ਬੋਲੀ ਦੀ ਸੇਵਾ ਕਰ ਸਕਾਂ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਕਲਾਕਾਰ ਵੀਰਾਂ ਨੂੰ ਰਿਕਵੈਸਟ ਕਰਦੇ ਹਾਂ ਕਿ ਅਜਿਹੇ ਜੋ ਕਲਮ ਦੇ ਧਨੀ ਨੇ, ਲਿਖਾਰੀ ਨੇ, ਸੁਖਚੈਨ ਬਰਾੜ, ਹਰੀਕੇ ਕਲਾਂਵਾਲ, ਜੇਕਰ ਕੋਈ ਇਹਨਾਂ ਦੇ ਵਿੱਚ ਟੈਲੈਂਟ ਹੈ ਤਾਂ ਇਹੋ ਜਿਹੇ ਇਨਸਾਨ ਨੂੰ ਉੱਪਰ ਤੱਕ ਲੈ ਕੇ ਜਾਣਾ ਸਾਡਾ ਫਰਜ਼ ਬਣਦਾ। ਅਸੀਂ ਸਾਰੇ ਸਿੰਗਰਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਰਿਕਵੈਸਟ ਕਰਦੇ ਹਾਂ ਕਿ ਅਜਿਹੇ ਲਿਖਾਰੀ ਜੋ ਪੰਜਾਬ ਦੇ ਵਿੱਚ ਬਹੁਤ ਸਾਰੇ ਨੇ, ਜਿਨ੍ਹਾਂ ਦੀ ਆਵਾਜ਼ ਦੱਬੀ ਕੁਚਲੀ ਰਹਿ ਗਈ ਆ, ਅਜਿਹੇ ਲਿਖਾਰੀਆਂ ਦੀ ਆਵਾਜ਼ ਨੂੰ ਚੁੱਕਣਾ ਤੁਹਾਡਾ ਫਰਜ਼ ਆ ਸਾਡੇ ਮਾਧਿਅਮ ਰਾਹੀਂ। ਜੇਕਰ ਕੋਈ ਵੀ ਸਿੰਗਰ ਅਜਿਹੇ ਲਿਖਾਰੀਆਂ ਨਾਲ ਸੰਪਰਕ ਕਰੇ ਤਾਂ ਹੋ ਸਕਦਾ ਇਹ ਵੀ ਇੱਕ ਉੱਚੇ ਮੁਕਾਮ ਹਾਸਲ ਕਰਨ। ਇਹਦੇ ਨਾਲ ਹੀ ਅਸੀਂ ਬਰਾੜ ਸਾਹਿਬ ਇਜਾਜ਼ਤ ਲਵਾਂਗੇ। ਧੰਨਵਾਦ ਜੀ ਤੁਹਾਡਾ ਬਹੁਤ, ਜਿਨ੍ਹਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤੁਹਾਡਾ ਵੀ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ, ਮੈਨੂੰ ਇੱਥੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਬਹੁਤ ਧੰਨਵਾਦ ਤੁਹਾਡਾ।